ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ प्रकाश पर्व मना रहे हैं। जिसके मन पार ब्रह्म का निवास, तिसका नाम सत रामदास। आत्म राम तिस नदरी आया, दास दसंतन पाए तिन पाया। सदा निकट निकट हर जान, सो दास दरगह परवान। अपने दास को आप कृपा करे, तिस दास को सब सोझी परै। सगल संग आत्म उदास, ऐसी जुगत नानक रामदास। रामदास शब्द की यह व्याख्या पंचम पिता ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਬਖਸ਼ੀ। ਅੱਜ ਇਸ ਕਰੈਕਟਰ ਦੇ ਮਾਲਕ, ਇਸ ਚਰਿੱਤਰ ਦੇ ਮਾਲਕ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਆਪਾਂ ਪ੍ਰਕਾਸ਼ ਪਰਵ ਮਨਾ ਰਹੇ ਹਾਂ। ਗੁਰੂ ਰਾਮਦਾਸ ਜੀ ਦਾ ਜਨਮ ਸਨ 1534 ਵਿੱਚ ਚੂਨਾ ਮੰਡੀ ਲਾਹੌਰ, ਜੋ ਅੱਜ ਕੱਲ੍ਹ ਦੇਸ਼ਾਂ ਦੀ ਵੰਡ ਕਰਕੇ ਪਾਕਿਸਤਾਨ ਵਿੱਚ ਹੈ। ਪਿਤਾ ਹਰਦਾਸ ਜੀ, ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਆਪ ਜੀ ਦਾ ਨਾਮ ਜੇਠਾ ਰੱਖਿਆ ਗਿਆ। ਸਤਿਕਾਰ ਵਜੋਂ ਆਪਾਂ ਜੇਠਾ ਜੀ ਨਾਮ ਲੈ ਕਰਕੇ ਸੰਬੋਧਨ ਕਰਦੇ ਹਾਂ। ਆਪ ਜੀ ਦੀ ਮਾਤਾ ਆਪ ਜੀ ਦੇ ਬਚਪਨ ਵਿੱਚ ਹੀ ਚਲਾਣਾ ਕਰ ਗਏ ਅਤੇ ਆਪ ਜੀ ਨੂੰ ਆਪਣੇ ਪਿਤਾ ਦਾ ਨਿੱਘ ਵੀ ਲੰਬਾ ਸਮਾਂ ਨਹੀਂ ਮਿਲ ਸਕਿਆ। ਕੁਝ ਸਮਾਂ ਪਾ ਕੇ ਆਪ ਜੀ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਆਪ ਲਾਹੌਰ ਤੋਂ ਆਪਣੇ ਨਾਨਕੇ ਪਿੰਡ ਬਾਸਰ ਕੇ, ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ, ਆ ਕਰਕੇ ਰਹਿਣ ਲੱਗੇ ਔਰ ਇੱਥੋਂ ਹੀ ਆਪ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗਏ। ਆਪ ਜੀ ਦੀ ਜੋ ਮੁੱਢਲੀ ਸਿੱਖਿਆ ਆਪ ਜੀ ਦੇ ਪਿਤਾ ਦੀ ਦੇਖ ਰੇਖ ਵਿੱਚ ਹੋਈ, ਬਾਕੀ ਦੀ ਸਾਰੀ ਸਿੱਖਿਆ ਗੁਰੂ ਅਮਰਦਾਸ ਜੀ ਵੱਲੋਂ ਜੋ ਸਕੂਲ ਚਲਾਏ ਜਾ ਰਹੇ ਸਨ ਉਹਨਾਂ ਵਿੱਚ ਹੋਈ। ਆਪਾਂ ਜਾਣਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਬਣਾਏ ਅਤੇ ਗੁਰਸਿੱਖਾਂ ਦੀ ਪੜ੍ਹਾਈ ਵਾਸਤੇ ਪ੍ਰਚਲਿਤ ਪੰਜਾਬੀ ਲਿਪੀ ਨੂੰ ਗੁਰਮੁਖੀ ਲਿਪੀ ਦਾ ਰੂਪ ਦਿੱਤਾ। ਅਤੇ ਇਸੇ ਦਾ ਹੀ ਵਿਕਾਸ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਇਹ ਮੰਜੀਆਂ ਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਆਪਾਂ ਸਕੂਲ ਕਹਿ ਸਕਦੇ ਹਾਂ। ਸੋ ਗੁਰੂ ਰਾਮਦਾਸ ਜੀ ਇਹਨਾਂ ਸਕੂਲਾਂ ਵਿੱਚ ਵਿਚਰਦੇ ਹੋਏ, ਇਹਨਾਂ ਅਖਾੜਿਆਂ ਵਿੱਚ ਵਿਚਰਦੇ ਹੋਏ ਬੜੇ ਨੀਤੀਵਾਨ, ਹੁਸ਼ਿਆਰ ਅਤੇ ਅਖਾੜਿਆਂ ਵਿੱਚ ਪ੍ਰੈਕਟਿਸ ਕਰਕੇ ਆਪ ਜੀ ਦੀ ਜੋ ਸਰੀਰਿਕ ਬਣਤਰ ਸੀ, ਦਿਲ ਡੋਲ ਇੱਕ ਸੋਹਣੇ ਸੁੰਦਰ ਗੱਭਰੂ ਜਵਾਨ ਵਾਲਾ ਸੀਗਾ। ਆਪ ਜੀ ਗੁਰੂ ਘਰ ਦੀ ਸਿੱਖਿਆ ਤੋਂ ਪ੍ਰੇਰਿਤ ਸਨ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਸ ਦੇ ਚਲਦੇ ਆਪ ਜੀ ਨੇ ਆਪਣੀ ਰੋਜੀ ਰੋਟੀ ਦਾ ਸਾਧਨ ਘੁੰਗਣੀਆਂ ਵੇਚ ਕੇ ਜੋ ਪੈਸੇ ਪ੍ਰਾਪਤ ਹੁੰਦੇ ਸਨ ਉਹਦੇ ਨਾਲ ਆਪਣੀ ਰੋਜੀ ਰੋਟੀ ਚਲਾਇਆ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਸੇਵਾ ਦੇ ਬਹੁਤ ਸਾਰੇ ਕੰਮ ਸ਼ੁਰੂ ਕਰ ਰੱਖੇ ਸਨ। ਆਪ ਜੀ ਇਹਨਾਂ ਸੇਵਾ ਦੇ ਕੰਮਾਂ ਵਿੱਚ ਬੜੀ ਰੁਚੀ ਲੈਂਦੇ ਅਤੇ ਬੜੇ ਸਮਰਪਣ ਭਾਵ ਨਾਲ ਸੇਵਾ ਕਰਦੇ। ਆਪ ਜੀ ਦਾ ਸੇਵਾ ਕਰਨ ਦਾ ਢੰਗ ਇੱਕ ਵਿਉਂਤਬੱਧ ਢੰਗ ਨਾਲ, ਇੱਕ ਲੀਡਰ ਦੇ ਢੰਗ ਨਾਲ, ਇੱਕ ਜਥੇਦਾਰ ਦੇ ਢੰਗ ਨਾਲ
ਕੰਮ ਸੰਗਤ ਕੋਲੋਂ ਵੰਡ ਕੇ ਕਰਵਾਉਣਾ ਅਤੇ ਆਪ ਵੀ ਕਰਨਾ। ਆਪ ਜੀ ਦੇ ਇਸ ਵਿਹਾਰ ਕਰਕੇ ਗੁਰੂ ਅਮਰਦਾਸ ਜੀ ਆਪ ਜੀ ਨੂੰ ਰਾਮਦਾਸ ਹੀ ਕਿਹਾ ਕਰਦੇ ਸਨ। ਸੋ ਇਹ ਨਾਮ ਆਪ ਜੀ ਨੂੰ ਗੁਰੂ ਅਮਰਦਾਸ ਜੀ ਦਾ ਬਖਸ਼ਿਆ ਹੋਇਆ ਹੈ। ਆਪ ਜੀ ਦਾ ਵਿਵਾਹ ਗੁਰੂ ਅਮਰਦਾਸ ਜੀ ਦੀ ਛੋਟੀ ਸੁਪੁੱਤਰੀ ਬੀਬੀ ਭਾਣੀ ਜੀ ਨਾਲ ਹੋਇਆ ਅਤੇ ਆਪ ਦੇ 3 ਸੁਪੁੱਤਰ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ। ਆਪ ਜੀ ਹਮੇਸ਼ਾ ਹੀ ਬੇਸ਼ੱਕ ਰਿਸ਼ਤਾ ਹੁਣ ਸਹੁਰੇ ਅਤੇ ਜਵਾਈ ਵਾਲਾ ਸੀ, ਪਰ ਗੁਰੂ ਅਮਰਦਾਸ ਜੀ ਨੂੰ ਆਪਣਾ ਇਸ਼ਟ ਹੀ ਸਮਝਦੇ ਰਹੇ, ਆਪਣਾ ਪੈਗੰਬਰ ਹੀ ਸਮਝਦੇ ਰਹੇ। ਕਦੀ ਜਵਾਈ ਅਤੇ ਸਹੁਰੇ ਵਾਲਾ ਰਿਸ਼ਤਾ ਹਾਵੀ ਨਹੀਂ ਹੋਣ ਦਿੱਤਾ। ਆਪ ਜੀ ਦੀ ਬਾਣੀ ਵਿੱਚੋਂ ਵੀ ਸਾਨੂੰ ਸੰਦੇਸ਼ ਮਿਲਦੇ ਹੈ, ਮੇਰੇ ਹੀਅਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਅੱਗੇ ਇਸ ਤਰ੍ਹਾਂ ਦਾ ਸਮਰਪਣ ਭਾਵ ਗੁਰੂ ਦਾ ਸੀਗਾ। ਆਪ ਜੀ ਦੀ ਪ੍ਰੀਖਿਆ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਜੋ ਗੁਰੂ ਘਰ ਦੀ ਰੀਤ ਸੀਗੀ, ਯੋਗ ਜਾਣ ਕਰਕੇ ਆਪ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ। ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਣ 'ਤੇ ਗੁਰੂ ਅਮਰਦਾਸ ਜੀ ਨੇ ਜੋ ਕੰਮ ਆਰੰਭ ਕਰ ਰੱਖੇ ਸਨ, ਪੰਥ ਨੂੰ ਵਿਕਾਸ ਵੱਲ ਲੈ ਕੇ ਜਾਣ ਦੇ, ਪੰਥ ਨੂੰ ਉਸਾਰੂ ਰੂਪ ਦੇਣ ਦੇ, ਉਹ ਸਾਰੇ ਕੰਮ ਆਪ ਜੀ ਨੇ ਆਪਣੇ ਹੱਥੀਂ ਲਏ ਔਰ ਉਹਨਾਂ ਲੀਹਾਂ 'ਤੇ ਹੀ ਅੱਗੇ ਚੱਲ ਕਰਕੇ ਪੰਥ ਦਾ ਇੱਕ ਨਵਾਂ ਰੂਪ ਘੜਿਆ। ਆਪ ਜੀ ਨੇ ਇੱਕ ਐਸਾ ਕੇਂਦਰ ਜੋ ਸਾਰੇ ਹੀ ਸਿੱਖੀ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਸਕੇ, ਐਸੀ ਕੇਂਦਰ ਸਥਾਪਿਤ ਕਰਨ ਲਈ, ਜਿੱਥੇ ਅੱਜ ਅੰਮ੍ਰਿਤਸਰ ਸਾਹਿਬ ਹੈ, ਇਹ ਜਗ੍ਹਾ 700 ਅਕਬਰੀ ਰੁਪਏ ਦੇ ਕਰਕੇ ਖਰੀਦ ਕੀਤੀ ਅਤੇ ਇਸ ਥਾਂ 'ਤੇ ਆਪ ਜੀ ਨੇ ਆਪ ਪਵਿੱਤਰ ਸਰੋਵਰ ਦੀ ਖੁਦਾਈ ਆਰੰਭੀ। ਆਪ ਜੀ ਦਾ ਹੀ ਪਲਾਨ ਸੀਗਾ ਕਿ ਬਾਅਦ ਵਿੱਚ ਇਸੇ ਥਾਂ 'ਤੇ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਦੀ ਇਹ ਉਸਾਰੀ ਕੀਤੀ, ਜਿਸ ਦੀ ਨੀਂਹ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਸਾਈਂ ਮੀਆਂ ਮੀਰ ਕੋਲ ਰਖਵਾਈ। ਪਰ ਇਹ ਸਾਰੀ ਵਿਉਂਤਬੰਦੀ, ਇਹ ਸਾਰੀ ਪਲਾਨਿੰਗ ਗੁਰੂ ਰਾਮਦਾਸ ਜੀ ਦੀ ਸੀਗੀ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਪਲਾਨਿੰਗ ਕਰਨ ਤੋਂ ਬਾਅਦ ਇਹ ਗੱਲ ਜ਼ਰੂਰੀ ਸੀਗੀ ਕਿ ਜੋ ਕੰਮ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੇ, ਕਿ ਬਾਹਰ ਦੂਰ ਦੂਰ ਤੱਕ ਪ੍ਰਚਾਰ ਪ੍ਰਸਾਰ ਵਾਲੇ 22 ਮੰਜੀਆਂ ਸਥਾਪੀਆਂ ਸੀ, ਉਹਨਾਂ ਦੀਆਂ ਤਾਕਤਾਂ ਵਧਾ ਕੇ, ਉਹਨਾਂ ਦਾ ਕਾਰਜ ਖੇਤਰ ਵਧਾ ਕਰਕੇ ਉਹਨਾਂ ਨੂੰ ਮਸੰਦਾਂ ਦਾ ਰੂਪ ਦਿੱਤਾ ਗਿਆ। ਆਪ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ, ਜੋ ਗੁਰੂ ਦੇ ਸਮਾਨ, ਭਾਵ ਜੋ ਉਪਦੇਸ਼ ਗੁਰੂ ਦਿੰਦਾ ਸੀ, ਉਹ ਉਪਦੇਸ਼ ਲੈ ਕਰਕੇ ਅੱਗੇ ਸੰਗਤਾਂ ਨੂੰ ਦੇਣ ਦੀ ਤਾਕਤ ਉਹਨਾਂ ਨੂੰ ਬਖਸ਼ੀ। ਇਹ ਬਲ ਉਹਨਾਂ ਨੂੰ ਬਖਸ਼ਿਆ ਕਿ ਆਪ ਗੁਰੂ ਘਰ ਦੇ ਨਿਯਮਾਂ ਨੂੰ, ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਯੋਗ ਹੋ। ਅਧਿਕਾਰ ਤੋਂ ਇਹ ਅਧਿਕਾਰ ਦੇ ਕਰਕੇ ਮਸੰਦ ਪ੍ਰਥਾ ਥਾਪੀ। ਧਿਆਨ ਦਿਆ ਜੇ, ਇੱਕ ਕੇਂਦਰ ਬਣਾਇਆ, ਪ੍ਰਚਾਰ ਪ੍ਰਸਾਰ ਲਈ ਪ੍ਰਚਾਰਕ ਨਿਯੁਕਤ ਕੀਤੇ, ਜਿਨ੍ਹਾਂ ਨੂੰ ਮਸੰਦ ਪ੍ਰਥਾ ਕਹੀ ਜਾਂਦੀ ਹੈ। ਇੰਨਾ ਹੀ ਨਹੀਂ, ਇੱਕ ਕੌਮ ਦੇ ਰੂਪ ਵਿੱਚ ਇਸ ਪੰਥ ਦੀ ਉਸਾਰੀ ਲਈ ਇੱਕ ਸੰਵਿਧਾਨ ਦੀ ਲੋੜ ਸੀ। ਅੱਜ ਆਪਾਂ ਕਹਿੰਦੇ ਨਾ ਸੰਵਿਧਾਨ ਸਰਵੋਪਰੀ ਔਰ ਬਾਕੀ ਗੌਣ ਜਾਂ ਬਾਕੀ ਥੱਲੇ, ਇਹ ਸਿਧਾਂਤ ਗੁਰੂ ਰਾਮਦਾਸ ਜੀ ਨੇ ਬਖਸ਼ਿਆ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਦਾਤ ਗੁਰੂ ਰਾਮਦਾਸ ਜੀ ਨੇ ਸਾਨੂੰ ਬਖਸ਼ੀ। ਔਰ ਇੰਨਾ ਹੀ ਨਹੀਂ, ਇਹ ਸੰਵਿਧਾਨ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਲਈ, ਜਿੱਥੇ ਆਪ ਜੀ ਨੇ ਪਹਿਲੇ 3 ਗੁਰੂਆਂ ਦੀ ਇਕੱਤਰ ਕੀਤੀ ਹੋਈ ਬਾਣੀ ਆਪਣੇ ਕੋਲ ਰੱਖੀ, ਆਪ ਵੀ
79 ਸ਼ਬਦਾਂ ਦੀ ਰਚਨਾ 30 ਰਾਗਾਂ ਵਿੱਚ ਕੀਤੀ। ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਢ ਬੱਝ ਚੁੱਕਾ ਸੀ, ਜੋ ਪੰਚਮ ਪਿਤਾ ਨੇ ਬੰਨਿਆ। ਉਹਦੇ ਵਿੱਚ 30 ਰਾਗਾਂ ਵਿੱਚ ਬਾਣੀ ਹੈ ਔਰ ਆਪ ਦੀ ਬਾਣੀ ਜਿਹੜੀ 679 ਸ਼ਬਦ ਨੇ, ਇਹਨਾਂ ਵਿੱਚ ਆਪ ਜੀ ਨੇ ਇਹ 30 ਦੇ 30 ਰਾਗ ਵਰਤੇ ਹਨ। ਹੁਣ ਆਪਾਂ ਸਮਝ ਸਕਦੇ ਹਾਂ ਕਿ ਗੁਰੂ ਦਾ ਚਰਿੱਤਰ ਕਿਸ ਤਰ੍ਹਾਂ ਦਾ ਹੈ, ਗੁਰੂ ਦਾ ਬੌਧਿਕ ਸਤਰ ਕਿੱਦਾਂ ਦਾ ਹੈ। ਅਸੀਂ ਗੁਰੂ ਨਾਲ ਨਿਆਂ ਨਹੀਂ ਕਰ ਸਕੇ। ਅਸੀਂ ਗੁਰੂ ਨੂੰ ਇੱਕ ਮੈਲੇ ਕੁਚੈਲੇ ਕੱਪੜਿਆਂ ਵਾਲਾ ਅਨਾਥ ਬੱਚਾ, ਸਿਰ 'ਤੇ ਟੋਕਰੀ ਢੋਈ ਹੋਈ ਔਰ ਇਸ ਢੰਗ ਨਾਲ ਹੀ ਪੇਸ਼ ਕਰਦੇ ਰਹੇ ਹਾਂ। ਇਹ ਸਾਡਾ ਦੁਖਾਂਤ ਹੈ। ਅਸੀਂ ਗੁਰੂ ਨਾਨਕ ਸਾਹਿਬ ਨਾਲ ਵੀ ਨਿਆਂ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਸਾਰੀ ਜਵਾਨੀ ਉਦਾਸੀਆਂ ਵਿੱਚ ਘਰ ਘਰ ਜਾ ਕਰਕੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲਗਾਈ। ਆਸਾ ਹੱਥ ਕਿਤਾਬ ਕੱਛ, ਇਹ ਗੁਰੂ ਸਾਹਿਬ ਦਾ ਜੋ ਸਰੂਪ ਭਾਈ ਗੁਰਦਾਸ ਜੀ ਨੇ ਘੜਿਆ ਕਿ ਉਹਨਾਂ ਦਾ ਸਰੂਪ ਕਿੱਦਾਂ ਸੀ। ਉਹਨਾਂ ਦੇ ਹੱਥ ਵਿੱਚ ਇੱਕ ਸੇਲਾ, ਡੰਡਾ ਤਗੜਾ, ਜਿਹਦੇ ਉੱਤੇ ਪਾਲਾ ਲੱਗਿਆ ਹੁੰਦਾ ਸੀ, ਉਹ ਹੁੰਦਾ ਸੀ ਅਤੇ ਆਪਣੇ ਕੋਲ ਉਹ ਕਿਤਾਬ ਰੱਖਦੇ ਸਨ। ਪਰ ਇਹ ਰੂਪ ਅਸੀਂ ਗੁਰੂ ਨਾਨਕ ਸਾਹਿਬ ਦਾ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤਾ। ਗੁਰੂ ਨਾਨਕ ਸਾਹਿਬ ਦਾ ਦਿਲ ਡੋਲ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ, ਜਿਸ ਨੂੰ ਵੇਖ ਕਰਕੇ ਕੋਡੇ ਰਾਖਸ਼ ਇੱਕਦਮ ਮਰਦਾਨੇ ਨੂੰ ਛੱਡ ਦਿੰਦਾ, ਜਿਸ ਨੂੰ ਵੇਖ ਕਰਕੇ ਸੱਜਣ ਠੱਗ ਦੀ ਹਿੰਮਤ ਨਹੀਂ ਪੈਂਦੀ ਕਿ ਇਸ ਨੂੰ ਰਾਤ ਨੂੰ ਮਾਰਿਆ ਜਾ ਸਕਦਾ ਹੈ। ਇਹ ਸਰੂਪ ਅਸੀਂ ਗੁਰੂ ਨਾਨਕ ਸਾਹਿਬ ਦਾ ਲੋਕਾਂ ਅੱਗੇ ਲੈ ਕਰਕੇ ਨਹੀਂ ਆਏ। ਇੱਕ ਕਮਜ਼ੋਰ ਜਿਹੇ ਸੰਨਿਆਸੀ ਦੇ ਰੂਪ ਵਿੱਚ, ਔਰ ਉਸ ਦੇ ਅੱਗੇ ਇੰਨੇ ਫਲ ਫਰੂਟ ਰੱਖ ਦਿੱਤੇ ਕਿ ਇਹ ਇਸ ਤਰ੍ਹਾਂ ਦਾਨ ਦੇ ਵਿੱਚ ਪ੍ਰਾਪਤ ਹੋਈ ਚੀਜ਼ਾਂ ਦੇ ਸਾਰੇ ਹੀ ਜਿੰਦਾ। ਜਦੋਂ ਕਿ ਗੁਰੂ ਦੀ ਸਿੱਖਿਆ ਰਾਹੀਂ ਗੁਰੂ ਦਾ ਰੂਪ ਘੜਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਗੱਲ ਸਾਹਮਣੇ ਆਏਗੀ। ਗੁਰੂ ਸਾਹਿਬ ਦਾ ਸੰਦੇਸ਼ ਹੈ ਪਹਿਲੇ ਪਾਤਸ਼ਾਹ ਦਾ, ਗੁਰ ਪੀਰ ਸਦਾਏ ਮੰਗਣ ਜਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆ ਪਾਏ। ਘਾਲ ਖਾਏ ਕਿ ਚੱਥੋ ਦੇ, ਨਾਨਕ ਰਾਹ ਪਛਾਨੈ ਸੇ। ਜਦੋਂ ਇਹ ਗੁਰੂ ਸਾਹਿਬ ਦਾ ਸੰਦੇਸ਼ ਸਾਹਮਣੇ ਆਏਗਾ ਕਿ ਆਪਾਂ ਸੋਚ ਸਕਦੇ ਹਾਂ ਕਿ ਗੁਰੂ ਸਾਹਿਬ ਇਸ ਤਰ੍ਹਾਂ ਮੰਗੀਆਂ ਹੋਈਆਂ ਚੀਜ਼ਾਂ 'ਤੇ ਆਪਣਾ ਜੀਵਨ ਨਿਰਵਾਹ ਕਰਦੇ ਰਹੇ ਹਨ। ਮੈਂ ਸਾਖੀਆਂ ਵੀ ਪੜ੍ਹੀਆਂ, ਕਿਸੇ ਸਾਖੀਕਾਰ ਦੀ ਪੁਰਾਤਨ ਦੀ ਹੁਣ ਦੀ ਨਹੀਂ ਹਿੰਮਤ ਨਹੀਂ ਪਈ ਕਿ ਉਹ ਇਹ ਕਹਿ ਸਕੇ ਕਿਧਰੇ ਵੀ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਉਦਰ ਦੀ ਪੂਰਤੀ ਲਈ ਮਰਦਾਨੇ ਨੂੰ ਮੰਗਣ ਲਈ ਭੇਜਿਆ ਜਾਂ ਆਪ ਕਿਧਰੋਂ ਮੰਗ ਕਰਕੇ ਖਾਧਾ। ਜੋ ਕੜਾਹ ਪ੍ਰਸ਼ਾਦ ਦੀ ਦੇਗ ਆਪਾਂ ਦੇਖਦੇ ਹਾਂ, ਇਹ ਭੁੰਨਿਆ ਹੋਇਆ ਆਟਾ ਆਪਣੇ ਕੋਲ ਰੱਖਦੇ ਸਨ। ਜਿੱਥੇ ਲੋੜ ਪਈ 4 ਕੱਖ ਬਾਲੇ ਅਤੇ ਇਹ ਦੇਗ ਦੇ ਰੂਪ ਵਿੱਚ ਤਿਆਰ ਹੈ। ਇਹ ਦੇਗ ਸਾਡੇ ਕੋਲੋਂ ਗੁਰੂ ਨਾਨਕ ਸਾਹਿਬ ਕੋਲੋਂ ਆਈ ਹੈ। ਇਸੇ ਤਰ੍ਹਾਂ ਹੀ ਹੋਰ ਵੀ ਬੜਾ ਇੱਦਾਂ ਦਾ ਸਮਾਨ ਹੈ ਜਿਸ ਨੂੰ ਰਸਤੇ ਵਿੱਚ ਲਿਜਾਇਆ ਜਾ ਸਕਦਾ। ਤੋਸ਼ੇ ਕਹਿੰਦੇ ਉਹਨਾਂ ਨੂੰ। ਐਸੇ ਤੋਸ਼ੇ ਗੁਰੂ ਸਾਹਿਬ ਹਮੇਸ਼ਾ ਨਾਲ ਰੱਖਦੇ ਸੀ। ਮੰਗਣ ਵਿਧੀ ਦੇ ਖਿਲਾਫ ਸਨ ਗੁਰੂ ਸਾਹਿਬ। ਜਦੋਂ ਇਹ ਗੁਰਬਾਣੀ ਰਾਹੀਂ ਸਾਨੂੰ ਸੇਧ ਮਿਲੇਗੀ, ਫਿਰ ਅਸੀਂ ਗੁਰੂ ਦੀ ਘਾੜਤ ਕਰਾਂਗੇ ਤਾਂ ਸਾਨੂੰ ਇਹ ਸਮਝ ਆਏਗੀ ਗੁਰੂ ਰਾਮਦਾਸ ਜੀ ਉੱਚੇ ਸੋਹਣੇ ਦਿਲ ਡੋਲ ਵਾਲੇ, ਇੱਕ ਨੀਤੀਵਾਨ, ਚਤੁਰ ਅਤੇ ਹੁਸ਼ਿਆਰ ਪਰਸਨੈਲਿਟੀ ਦੇ ਮਾਲਕ ਸਨ। ਕਿਉਂ? ਆਪਾਂ ਵੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਜਦੋਂ ਸਤੀ ਪ੍ਰਥਾ ਦਾ ਵਿਰੋਧ ਕੀਤਾ, ਸਤੀਆ ਇਹਨਾਂ ਆਖੀਆਂ ਜੋ ਮੜੀਆਂ ਲੱਗ ਜਨਨ, ਨਾਨਕ ਸਤੀਆ ਜਾਨੀਆਂ ਜੇ ਬਿਰਹਾ ਚੋਟ ਮਰਨ। ਇਹ ਸਿਧਾਂਤ ਦਿੱਤਾ ਨਾ ਗੁਰੂ ਸਾਹਿਬ ਨੇ। ਪਰ ਇਸ ਸਿਧਾਂਤ ਨੂੰ ਕਿਰਤਾਰਥ ਕਰਨ ਲਈ ਗੁਰੂ ਸਾਹਿਬ ਨੇ ਰਾਮਦਾਸ ਜੀ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ। ਅਕਬਰ ਜਿਹਦੇ ਬਾਰੇ ਇਹ ਪ੍ਰਚਲਿਤ ਹੈ ਕਿ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਸੀ, ਉਹਨੂੰ ਇਹ ਸਮਝਾਉਣਾ ਜ਼ਰੂਰੀ ਹੋ ਗਿਆ ਸੀ ਕਿ ਕਿਧਰੇ ਵੀ ਹਿੰਦੂ ਵਿਧੀ ਦੇ ਵਿੱਚ ਇਸ ਤਰ੍ਹਾਂ ਸਤੀ ਪ੍ਰਥਾ ਨੂੰ ਮਾਨਤਾ ਨਹੀਂ ਹੈ। ਇਹ ਤਾਂ ਸੋੜੇ ਦਿਮਾਗ ਵਾਲਿਆਂ ਨੇ ਆਪਣੇ ਕੋਲੋਂ ਘੜ ਕੇ ਜਨਾਨੀ ਔਰਤ ਨਾਲ ਇਹ ਜ਼ੁਲਮ ਕੀਤਾ ਜਾ ਰਿਹਾ ਹੈ। ਔਰ ਇਹ ਸਾਰੀ ਵਕਾਲਤ ਉੱਥੇ ਜਾ ਕੇ ਕਰਨੀ ਸੀ ਔਰ ਇਸ ਵਕਾਲਤ ਵਾਸਤੇ ਰਾਮਦਾਸ ਜੀ ਨੇ ਚੁਣਿਆ। ਔਰ ਉੱਥੋਂ ਇਹ ਪਹਿਲਾ ਫਰਮਾਨ ਜਾਰੀ ਹੋਇਆ ਕਿ ਹਿੰਦੁਸਤਾਨ ਦੇ ਵਿੱਚ ਜੋ ਸ਼ਾਹੀ ਫਰਮਾਨ ਰਾਹੀਂ ਸਤੀ ਪ੍ਰਥਾ ਨੂੰ ਰੋਕਿਆ ਗਿਆ, ਉਹ ਅਕਬਰ ਦੇ ਦਰਬਾਰ ਵਿੱਚ ਹੋਇਆ। ਆਪਾਂ ਹੁਣ ਪਰਸਨੈਲਿਟੀ ਘੜੀਏ ਗੁਰੂ ਰਾਮਦਾਸ ਜੀ ਦੀ ਕਿੱਦਾਂ ਦੀ ਸੀ। ਗੁਰੂ ਰਾਮਦਾਸ ਜੀ ਪੰਥ ਦੀ ਉਸਾਰੀ ਕਰ ਰਹੇ ਹੈ। ਜਿੱਥੇ ਪ੍ਰਚਾਰਕ ਥਾਪੇ
ਜਿੱਥੇ ਕੇਂਦਰ ਥਾਪਿਆ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕੱਤਰ ਕਰਕੇ ਸੰਦੇਸ਼ ਦਿੱਤਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਥੇ ਸਾਡੇ ਲਈ ਵੀ ਗੁਰੂ ਸਾਹਿਬ ਨੇ ਘਾੜਤ ਕੜੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਏ, ਜਿਸ ਨੂੰ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ, ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਦੀ ਜਾਚ ਦੱਸੀ। ਇਸ਼ਨਾਨ ਕਰਕੇ ਉਸ ਅਕਾਲ ਪੁਰਖ ਨਾਲ ਜੁੜਨ ਲਈ ਸੰਗਤ ਵਿੱਚ ਜਾਣ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਭਾਵ ਸੰਗਤ ਵਿੱਚ ਜਾ ਕਰਕੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰੇ, ਉਪਦੇਸ਼ ਗੁਰੂ ਨੂੰ ਪ੍ਰਾਪਤ ਕਰਨਾ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਗੁਰੂ ਦੇ ਉਪਦੇਸ਼ ਨੂੰ ਸਮਝਾਂਗੇ, ਅੰਦਰ ਲਾਗੂ ਕਰਾਂਗੇ, ਇਹ ਸਾਰੇ ਦੋਸ਼ ਦੂਰ ਹੋ ਜਾਣਗੇ। ਸੋ ਗੁਰੂ ਸਾਹਿਬ ਨੇ ਇਸ ਢੰਗ ਨਾਲ ਸਾਨੂੰ ਇਹ ਜੋ ਵਿਅਕਤੀ ਰਹਿਤ ਮਰਿਆਦਾ, ਵਿਅਕਤੀ ਰਹਿਣੀ ਹੈ, ਉਹ ਵੀ ਗੁਰੂ ਸਾਹਿਬ ਨੇ ਸਾਨੂੰ ਦੇਣੀ ਕੀਤੀ। ਹਮੇਸ਼ਾ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਪ੍ਰਤੀ ਸਮਰਪਿਤ ਰਹੇ, ਪਰ ਸਮਾਜ ਦੀ ਉਸਾਰੀ ਲਈ ਜੋ ਕੰਮ ਆਪ ਜੀ ਨੇ ਕੀਤੇ, ਸਮਾਜ ਦੇ ਵਿੱਚ ਵਿਵਾਹ, ਜਨਮ ਅਤੇ ਮਰਨਾ ਦੇ ਸੰਬੰਧ ਵਿੱਚ ਸਿਧਾਂਤ ਗੁਰੂ ਅਮਰਦਾਸ ਜੀ ਨੇ, ਜੋ ਉਹਨਾਂ ਦੇ ਅੱਗੇ ਪੋਤਰੇ ਮੋਹਰੀ ਜੀ ਨੇ ਜੋ ਬਾਣੀ ਗੁਰੂ ਅਮਰਦਾਸ ਜੀ ਉਚਾਰੀ ਔਰ ਉਹਨਾਂ ਨੇ ਲਿਖੀ ਹੈ, ਉਹ ਆਪਣੇ ਕੋਲ ਸੱਦ ਸਵਈਆਂ ਦੇ ਰੂਪ ਵਿੱਚ ਹੈ, ਅਤੇ ਵਿਵਾਹ ਦੇ ਰੂਪ ਵਿੱਚ ਜੋ ਪ੍ਰਚਲਿਤ ਰੀਤਾਂ ਸਨ, ਉਹਦੇ ਵਿੱਚ ਕਰਮ ਕਾਂਡ ਦੁਨੀਆ ਭਰ ਦਾ ਸੀ। ਗੁਰੂ ਸਾਹਿਬ ਨੇ ਸੱਚਾ ਪ੍ਰੇਮ ਉਸ ਅਕਾਲ ਪੁਰਖ ਨਾਲ ਕਰਨਾ ਸਿਖਾਇਆ, ਔਰ ਇਹ ਗੱਲ ਦ੍ਰਿੜ ਕਰਾਈ ਕਿ ਪ੍ਰੇਮ ਦੇ ਨਿਯਮ ਹਰ ਜਗ੍ਹਾ ਇੱਕੋ ਹੀ ਹੁੰਦੇ ਹਨ, ਔਰ ਦੁਨਿਆਵੀ ਜਦੋਂ ਵਿਵਾਹ ਸੰਬੰਧ ਸਥਾਪਿਤ ਕਰਨੇ ਹੈ, ਸਾਨੂੰ 4 ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ। ਬੇਸ਼ੱਕ ਇਸ ਬਾਣੀ ਦਾ ਨਾਮ ਲਾਵਾਂ ਨਹੀਂ ਹੈ, ਸੂਹੀ ਰਾਗ ਵਿੱਚ ਗੁਰੂ ਸਾਹਿਬ ਜੀ ਨੇ ਇਹ 4 ਬੰਦਾਂ ਵਾਲਾ ਸ਼ਬਦ ਉਚਾਰਿਆ ਹੈ। ਹਰ ਪਹਿਲੜੀ ਲਾਮ ਪ੍ਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਪਹਿਲਾਂ ਇਹ ਕਰਮ ਕਰਨੇ ਕਰੀਏ, ਆਪਣਾ ਆਪ ਨੂੰ ਤਿਆਰ ਕਰੀਏ ਕਿ ਧਰਮ ਆਪਣੇ ਅੰਦਰ ਲੈ ਕਰਕੇ ਆਈਏ, ਔਰ ਬੁਰੇ ਕੰਮਾਂ ਦਾ ਨੂੰ ਛੱਡਣਾ ਕਰੀਏ। ਫਿਰ ਦੂਸਰੀ ਲਾਉ ਦੇ ਵਿੱਚ ਸਾਨੂੰ ਗੁਰੂ ਸਾਹਿਬ ਦੱਸ ਰਹੇ ਹੈ, ਹਰ ਦੂਜੜੀ ਲਾਉ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਪਰਮਾਤਮਾ ਨੇ ਸਰ ਐਸਾ ਮੇਲ ਮਿਲਾਣਾ ਕਰਤਾ, ਜਿਵੇਂ ਆਪਾਂ ਇਸਤਰੀ ਪੁਰਸ਼ ਦਾ ਮੇਲ ਹੈ, ਇਸ ਤਰ੍ਹਾਂ ਅਕਾਲ ਪੁਰਖ ਨਾਲ ਮੇਲ ਕਰਨ ਦਾ ਢੰਗ ਦੱਸਿਆ। ਹੋਏਗਾ ਕਿਵੇਂ? ਨਿਰਭਉ ਭੈ, ਭਾਵ ਭੈ ਤੋਂ ਨਿਰਭਉ ਹੋਣਾ, ਹੋਏ ਨਿਰਭਉ ਭੈ ਹੋਏ, ਮਨ ਨਿਰਭਉ ਭੈ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਹਉਮੈ ਦੀ ਮੈਲ ਨੂੰ ਤਿਆਗਣਾ ਪਏਗਾ। ਇਹ ਸਾਨੂੰ ਜਾਚ ਗੁਰੂ ਸਾਹਿਬ ਨੇ ਦੂਸਰੀ ਪੌੜੀ ਵਿੱਚ ਦਿੱਤੀ ਕਿ ਆਪਾ ਆਪ ਗਵਾ, ਇੱਕ ਦੂਜੇ ਨੂੰ ਸਮਰਪਿਤ ਹੋ ਜਾ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ। ਇਹ ਢੰਗ ਸਾਨੂੰ ਗੁਰੂ ਸਾਹਿਬ ਨੇ ਦੱਸਣਾ ਕੀਤਾ। ਤੀਸਰੀ ਲਾਮ ਦੇ ਵਿੱਚ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ, ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ, ਵਡ ਭਾਗਿਆ ਬਲਰਾਮ ਜੀਓ। ਉਹ ਆਪ ਹੀ ਸੰਗਤ ਦੇ ਰਾਹੀਂ ਉਸ ਅਕਾਲ ਪੁਰਖ ਦੀ ਸਾਨੂੰ ਜਾਚ ਦੱਸਦਾ ਹੈ, ਉਸ ਅਕਾਲ ਪੁਰਖ ਨਾਲ ਸਾਨੂੰ ਮਿਲਾਣਾ ਕਰਦਾ ਹੈ। ਇਸੇ ਤਰ੍ਹਾਂ ਹੀ ਚੌਥੀ ਲਾਮ ਦੇ ਵਿੱਚ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ। ਔਰ ਇਹ 4 ਸਟੈਪ ਇਸ ਤਰ੍ਹਾਂ ਮਨ ਦੇ ਵਿੱਚ ਸਹਿਜ ਆਏਗਾ। ਸਹਿਜ ਅਵਸਥਾ ਵਿੱਚ ਸਾਨੂੰ ਉਸ ਪਰਮਾਤਮਾ ਨਾਲ ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਹ 4 ਲਾਵਾਂ ਦਾ ਪਾਠ ਅੱਜ ਸਿੱਖ ਅਤੇ ਸਿੰਘਣੀ ਦੇ ਜਦੋਂ ਆਨੰਦ ਕਾਰਜ ਹੁੰਦੇ ਨੇ, ਜਾਂ ਗੁਰੂ ਦੀ ਹਾਜ਼ਰੀ ਵੀ ਆਨੰਦ ਕਾਰਜ ਹੁੰਦੇ ਨੇ,
ਇਹ 4 ਲਾਵਾਂ ਦਾ ਪਾਠ ਸਾਨੂੰ ਕਰਨਾ ਸਿਖਾਇਆ ਗਿਆ। ਭਾਵ ਬਾਕੀ ਦੇ ਪ੍ਰਚਲਿਤ ਜੋ ਰੀਤੀ ਰਿਵਾਜ ਸੀ ਉਹਨਾਂ ਦੀ ਗੁਲਾਮੀ ਤੋਂ ਸਾਨੂੰ ਛੁਟਕਾਰਾ ਗੁਰੂ ਸਾਹਿਬ ਨੇ ਆਪ ਦਿਵਾਇਆ। ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸੰਦੇਸ਼ ਦੇਣਾ ਕੀਤਾ ਕਿ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰੋ। ਕੇਵਲ ਸਮਰਪਣ ਹੀ ਨਹੀਂ, ਗੁਰੂ ਦੀ ਦਿੱਤੀ ਹੋਈ ਸਿੱਖਿਆ 'ਤੇ ਚੱਲਣਾ ਕਰੋ। ਗੁਰੂ ਸਾਹਿਬ ਜਿਹੜੇ ਕਰਾ ਰਹੇ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੂੰਹੇ ਕਰਾਂਝਾ। ਤਾੜਨਾ ਕਰ ਰਹੇ ਹਨ ਕਿ ਜਿਹਦੇ ਹਿਰਦੇ ਘਰ ਦੇ ਵਿੱਚ, ਜਿਸ ਸਰੀਰ ਦੇ ਵਿੱਚ ਉਹਦਾ ਨਾਮ ਨਹੀਂ ਵਸਿਆ, ਤਿਨ ਮਾਤ ਕੀਜੈ, ਭਾਵ ਇਹ ਮਤ ਬਾਂਝੀ ਹੈ, ਗੁਰੂ ਤੋਂ ਬਾਂਝੀ ਰਹਿ ਜਾਂਦੀ ਹੈ ਔਰ ਗੁਰੂ ਤੋਂ ਸਖਣੀ ਹੈ। ਫਿਰ ਹੁੰਦਾ ਕੀ ਹੈ, ਤਿਨ ਸੁੰਝੀ ਦੇਹ ਫਿਰੈ ਬਿਨ ਨਾਮ ਹੈ। ਬਿਨਾਂ ਮਤਹੀਨ ਬੰਦਾ ਜਿਵੇਂ ਸੁੰਝਾ ਜਿਹਾ ਫਿਰਦਾ ਰਹਿੰਦਾ ਹੈ। ਆਪਾਂ ਵੇਖਦੇ ਹਾਂ ਜਿਹੜੇ ਇਹਨਾਂ ਦੇ ਦਿਮਾਗ ਨਹੀਂ ਹੈ ਉਹ ਕਿਵੇਂ ਧੱਕੇ ਖਾਂਦੇ ਫਿਰਦੇ ਹਨ। ਉਹਦੇ ਨਾਲ ਤੁਲਨਾ ਕਰ ਰਹੇ ਹਨ ਕਿ ਜਿਹਦੇ ਹਿਰਦੇ ਵਿੱਚ, ਜਿਹਦੇ ਦਿਮਾਗ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਉਹ ਬੁੱਧੀ ਤੋਂ ਵਾਂਝਾ ਹੈ, ਉਹਦੀ ਬੁੱਧੀ ਬਾਂਝ ਹੈ ਔਰ ਉਹ ਇਸ ਤਰ੍ਹਾਂ ਧੱਕੇ ਖਾਂਦਾ ਹੈ ਕਿ ਜਿਵੇਂ ਬੁੱਧੀਹੀਨ ਵਿਅਕਤੀ ਜਗ੍ਹਾ ਜਗ੍ਹਾ ਸੁੰਝੀ ਦੇ ਲੈ ਕਰਕੇ ਫਿਰਦਾ। ਸੋ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਕਿ ਅਕਾਲ ਪੁਰਖ ਨਾਲ ਜੁੜਨਾ ਕਰੋ, ਬਾਣੀ ਨੂੰ ਗੁਰੂ ਮੰਨਣਾ ਕਰੋ, ਬਾਣੀ ਦੇ ਉਪਦੇਸ਼ ਨੂੰ ਸਾਂਝਾ ਕਰਨਾ ਕਰੋ। ਸੋ ਅੱਜ ਆਪਾਂ ਸਾਹਿਬਾਂ ਦਾ ਪ੍ਰਕਾਸ਼ ਪਰਬ ਮਨਾ ਰਹੇ ਹਾਂ। ਆਓ ਭੱਟਾਂ ਨਾਲ ਰਲ ਕੇ ਆਪਾਂ ਵੀ ਜੋਦੜੀ ਕਰੀਏ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨ ਆਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨ ਆਈ। ਕਿ ਮੱਧਾ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।